हाँ जी, सारे ही विद्यार्थियों ਨੂੰ प्यार भरी सत श्री अकाल। आओ शुरू करिए ਲੈਕਚਰਰ ਦੇ ਤੀਜੇ ਭਾਗ ਜਿਹੜਾ ਪੰਜਾਬੀ ਆਲੋਚਕ ਹੈ। 3 ਆਲੋਚਕ ਦਿੱਤੇ ਨੇ, 2 ਆਲੋਚਕ ਆਪਾਂ ਪਹਿਲਾਂ ਕਰ ਚੁੱਕੇ ਹਾਂ। ਤੀਜਾ ਡਾਕਟਰ ਹਰਭਜਨ ਸਿੰਘ, ਉਹਦੇ ਉੱਤੇ ਆਪਾਂ ਵਿਚਾਰ ਵਟਾਂਦਰਾ ਕਰਨ ਜਾ ਰਹੇ ਹਾਂ। ਹਰਭਜਨ ਸਿੰਘ ਇੱਕ ਰੂਪਵਾਦੀ ਆਲੋਚਕ ਹੈ ਭਾਈ। रूपवादी आलोचक डॉक्टर हरभजन सिंह। और डॉक्टर हरभजन सिंह ਨੂੰ एक कवि के तौर पर अगर तुसी देखना है या उनके होर पक्षां ਨੂੰ अगर तुसी वेखना है डॉक्टर हरभजन सिंह दे तो तुसी जिहड़ा दूसरा वीडियो है वो वेख सकते हो। इस वीडियो च एक आलोचक के तौर पर आपां चर्चा करांगे डॉक्टर हरभजन सिंह, जिन्ने कई विचारधारावां नाल संबंधित रहा, परंतु सारियां विचारधारावां किते ना किते रूपवाद नाल ही जुड़दियां सन। ते ਜਿਹੜੀ ਵਿਚਾਰਧਾਰਾ ਦੇ ਸੰਪਰਕ ਚ ਰਹੇ ਉਹ ਨੇ ਰੂਸੀ ਰੂਪਵਾਦ, ਫਰਾਂਸੀਸੀ ਸੰਰਚਨਾਵਾਦ, ਭਾਸ਼ਾ ਵਿਗਿਆਨ ਮਾਡਲ, ਨਵੀਨ ਅਮਰੀਕਨ ਆਲੋਚਨਾ। ਇਹਨਾਂ ਦੇ ਬਾਰੇ ਕਾਫੀ ਕੁਝ ਪੜਿਆ, ਗੁਣਿਆ ਔਰ ਉਸ ਨੂੰ ਆਪਣੇ ਪੰਜਾਬੀ ਸਾਹਿਤ ਦੇ ਆਲੋਚਨਾ ਦੇ ਖੇਤਰ ਵਿੱਚ ਢਾਲਿਆ। ਡਾਕਟਰ ਹਰਭਜਨ ਸਿੰਘ ਦਾ ਪੰਜਾਬੀ ਆਲੋਚਨਾ ਵਿੱਚ ਜਿਹੜਾ ਆਗਮਨ ਹੈ ਉਹ 70ਵੇਂ ਦਹਾਕਿਆਂ ਦੇ ਵਿੱਚ ਹੋਇਆ ਪਈ। ਔਰ ਉਹਨਾਂ ਨੇ ਸਾਹਿਤ ਬਾਹਰੀ ਨਿਸ਼ਚੈਵਾਦੀ ਅਤੇ ਮੁੱਲਵਾਦੀ ਆਲੋਚਨਾ ਦੇ ਪ੍ਰਤੀਕਰਮ ਵਜੋਂ ਉਹ ਆਏ, ਕਿਉਂਕਿ ਉਸ ਤੋਂ ਪਹਿਲਾਂ ਜਿਹੜੀ ਆਲੋਚਨਾ ਹੋ ਰਹੀ ਸੀਗੀ ਉਸ ਸਮੇਂ ਮਾਰਕਸਵਾਦੀ ਆਲੋਚਨਾ, ਜਿਹਨੂੰ ਬਾਹਰੀ ਨਿਸ਼ਚੈਵਾਦੀ ਅਤੇ ਮੁੱਲਵਾਦੀ ਆਲੋਚਨਾ ਵੀ ਆਖ ਦਿੰਦੇ ਨੇ, ਕਿਉਂਕਿ ਵਸਤੂ ਦੇ ਉੱਤੇ ਔਰ ਕਿਸੇ ਵੀ ਰਚਨਾ ਦੇ ਬਾਹਰੀ ਪੱਖ ਦੇ ਉੱਤੇ ਵੱਧ ਜ਼ੋਰ ਦਿੱਤਾ ਜਾਂਦਾ ਹੈ। ਤੇ ਉਸਨੇ ਇਸ ਦੇ ਪ੍ਰਤੀਕਰਮ ਵਜੋਂ ਜੋ ਹੈ ਇੱਕ ਨਵੀਂ ਵਿਚਾਰਧਾਰਾ ਲੈ ਕੇ ਆਇਆ, ਰੂਪਵਾਦੀ ਵਿਚਾਰਧਾਰਾ, ਜਿਹੜੀ ਕਿ ਅੰਦਰੂਨੀ ਆਲੋਚਨਾ ਨਾਲ ਸੰਬੰਧਿਤ ਹੈ। ਬਈ ਕਿਸੇ ਵੀ ਰਚਨਾ ਦੇ ਅੰਦਰੂਨੀ ਪੱਖ ਤੋਂ ਸੰਬੰਧਿਤ ਵਿਚਾਰ ਵਟਾਂਦਰਾ ਉਸ ਦੇ ਅੰਦਰ ਕੀਤਾ ਜਾਂਦਾ ਹੈ। ਡਾਕਟਰ ਹਰਭਜਨ ਸਿੰਘ ਦੇ ਆਗਮਨ ਤੋਂ ਪਹਿਲਾਂ ਪੰਜਾਬੀ ਆਲੋਚਨਾ ਵਿੱਚ ਸੰਤ ਸਿੰਘ ਸੇਖੋਂ ਤੇ ਹੋਰ ਮਾਰਕਸਵਾਦੀ ਆਲੋਚਨਾ ਸੀ, ਉਹਨਾਂ ਦਾ ਦਬਦਬਾ ਸੀ। ਉਹਨਾਂ ਦੀ ਵਿਚਾਰਧਾਰਾਵਾਂ ਹੇਠ ਜਿਹੜੀ ਪੰਜਾਬੀ ਆਲੋਚਨਾ ਹੈ ਉਹ ਦਬੀ ਹੋਈ ਸੀ। ਪਰ ਡਾਕਟਰ ਹਰਭਜਨ ਸਿੰਘ ਦੇ ਪੰਜਾਬੀ ਆਲੋਚਨਾ ਵਿੱਚ ਪ੍ਰਵੇਸ਼ ਦੇ ਨਾਲ ਨਵੇਂ ਦਿਸ-ਹਵੇ ਖੁੱਲੇ ਔਰ ਉਹਨਾਂ ਨੇ ਰੂਪਵਾਦੀ ਆਲੋਚਨਾ ਦੇ ਖੇਤਰ ਦੇ ਵਿੱਚ ਆਪਣਾ ਕਾਰਜ ਕੀਤਾ। ਡਾਕਟਰ ਹਰਭਜਨ ਸਿੰਘ ਇੱਕ ਅਜਿਹਾ ਆਲੋਚਕ ਹੈ ਜਿਸ ਨੇ ਆਪਣੀ ਆਲੋਚਨਾ ਦ੍ਰਿਸ਼ਟੀ ਲਈ ਰੂਸੀ ਰੂਪਵਾਦ ਬਾਰੇ ਆਪਣੇ ਲੈਕਚਰਰ ਦੇ ਸਿਲੇਬਸ ਦੇ ਅੰਦਰ ਵੀ ਹੈ। ਤਾਂ ਤੁਸੀਂ ਉਹ ਵੀਡੀਓ ਦੇ 3rd ਭਾਗ ਦੇ ਅੰਦਰ ਜਾਓਗੇ ਤਾਂ ਉੱਥੇ ਰੂਸੀ ਰੂਪਵਾਦ ਵਾਲਾ ਚੈਪਟਰ ਹੈ ਉਹ ਵੇਖ ਸਕਦੇ ਹੋ। ਉੱਥੇ ਚੰਗੀ ਤੁਹਾਨੂੰ ਪੂਰੀ ਦੀ ਪੂਰੀ ਜਾਣਕਾਰੀ ਹੈ ਰੂਸੀ ਰੂਪਵਾਦ ਤੋਂ ਸੰਬੰਧਿਤ ਹੈ ਪਈ। ਔਰ ਭਾਸ਼ਾ ਵਿਗਿਆਨਕ ਮਾਡਲਾਂ ਹੈ, ਭਾਸ਼ਾ ਵਿਗਿਆਨਕ ਮਾਡਲ ਉੱਤੇ ਵੀ ਆਪਾਂ ਚਰਚਾ ਕਰ ਚੁੱਕੇ ਹਾਂ, ਜਿਸ ਦੇ ਵਿੱਚ ਸੰਰਚਨਾਤਮਕਤਾ ਸੰਬੰਧਿਤ ਔਰ ਚਿੰਨ੍ਹ ਤੋਂ ਸੰਬੰਧਿਤ ਜਿਹੜੇ ਮਾਡਲ ਨੇ ਉਹਨਾਂ ਉੱਤੇ ਵੀ ਚਰਚਾ ਕੀਤੀ ਹੈ। ਉਹ ਵੀ ਤੁਸੀਂ ਵੀਡੀਓ ਹੈ ਜੋ ਤੀਜੇ ਭਾਗ ਹੈ ਜਿਹੜਾ ਉਸ ਦੇ ਅੰਦਰ ਵੇਖ ਸਕਦੇ ਹੋ। ਉਹਨਾਂ ਨੂੰ ਹੀ ਜਿਹੜੇ ਉਹ ਭਾਸ਼ਾ ਵਿਗਿਆਨਕ ਮਾਡਲ ਹੈ ਉਸ ਨੂੰ ਆਲੋਚਨਾ ਦੇ ਵਿੱਚ ਢਾਲਿਆ ਗਿਆ ਹੈ ਭਾਈ। ਔਰ ਨਵੀਨ ਅਮਰੀਕਨ ਆਲੋਚਨਾ ਤੇ ਫਰਾਂਸੀਸੀ ਸੰਰਚਨਾਵਾਦ ਇਹ ਵੀ ਰੂਸੀ ਰੂਪਵਾਦ ਦੇ ਗਾਂ ਅਗਲੇ ਪੜਾਅ ਨੇ ਭਾਈ। ਇਸ ਨਾਲ ਮਿਲਦੇ ਜੁਲਦੇ ਨੇ, ਪਰੰਤੂ ਇੱਕ ਗੱਲ ਨਹੀਂ ਹੈ, ਥੋੜੇ ਵੱਖਰੇ ਨੇ। ਇਹਨਾਂ ਸਿਧਾਂਤਾਂ ਤੋਂ ਸੇਧ ਪ੍ਰਾਪਤ ਕੀਤੀ ਬਈ, ਜਿਹੜੇ ਕਿ ਉੱਤੇ ਵੀ ਮੈਂ ਚਰਚਾ ਕੀਤੀ ਹੈ। ਰੂਸੀ ਰੂਪਵਾਦ, ਫਰਾਂਸੀਸੀ ਸੰਰਚਨਾਵਾਦ, ਭਾਸ਼ਾ ਵਿਗਿਆਨਕ ਮਾਡਲ ਤੇ ਨਵੀਨ ਅਮਰੀਕਨ ਆਲੋਚਨਾ ਤੋਂ ਸੇਧ ਪ੍ਰਾਪਤ ਕੀਤੀ। ਔਰ ਇਹਨਾਂ ਦਾ ਜਿਹੜਾ ਆਲੋਚਨਾ ਦੀ ਮੁੱਖ ਚਿੰਤਾ ਸਾਹਿਤਕਤਾ, ਮੂਲਕ ਅਤੇ ਵਸਤੂਨਿਸ਼ਟ ਸਮੀਖਿਆ ਕਰਕੇ ਸਾਹਿਤ ਨੂੰ ਸਮਝਣ ਦੀ ਹੈ ਭਾਈ। ਵਿਗਿਆਨਿਕ ਅਧਿਐਨ ਮਾਡਲ ਹੈ ਜਿਹੜੇ ਉਹਨਾਂ ਦੀ ਤਲਾਸ਼ ਇਹਨਾਂ ਨੇ ਕੀਤੀ ਔਰ ਪੰਜਾਬੀ ਆਲੋਚਨਾ ਨੂੰ ਇੱਕ ਨਵੀਂ ਸੇਧ ਦਿੱਤੀ ਪਈ। ਇਹਨਾਂ ਦੀਆਂ ਰਚਨਾਵਾਂ ਦੀ ਅਗਰ ਗੱਲ ਕੀਤੀ ਜਾਵੇ, ਅਧਿਐਨ ਤੇ ਅਧਿਆਪਨ, ਮੁੱਲ ਤੇ ਮੁਲਾਂਕਣ, ਰੂਪ ਕੀ ਰਚਨਾ ਸੰਰਚਨਾ, ਸਾਹਿਤ ਵਿਗਿਆਨ, ਸਾਹਿਤ ਅਧਿਐਨ, ਪਾਰਗਾਮੀ, ਪਤਰਾਂਜਲੀ, ਸਿਸਟਮੀ ਪਈ, ਖਾਮੋਸ਼ੀ ਦਾ ਜਜ਼ੀਰਾ, ਮੇਰੀ ਪਸੰਦ, ਇੱਕ ਖਤ ਤੇਰੇ ਨਾਂ, ਸਾਹਿਤ ਤੇ ਸ਼ਾਸਤਰ ਜਿਹੜਾ ਹੈ ਇਹ ਇਹਦੀਆਂ ਪੁਸਤਕਾਂ ਨੇ ਪਈ।
ਤੇ ਦੇਖਿਆ ਜਾਵੇ ਤਾਂ ਇਹਨਾਂ ਪੁਸਤਕਾਂ ਦੇ ਵਿੱਚ ਸਾਹਿਤ ਦੀ ਵੀ ਗੱਲ ਕੀਤੀ ਹੈ, ਸਾਹਿਤ ਸ਼ਾਸਤਰ ਸਾਹਿਤ ਵਿਗਿਆਨ ਦੀ ਵੀ ਗੱਲ ਕੀਤੀ ਹੈ, ਵਿਵਹਾਰਿਕ ਆਲੋਚਨਾ ਦੀ, ਸਿਧਾਂਤਕ ਆਲੋਚਨਾ ਦੀ, ਹਰ ਪੱਖ ਤੋਂ ਆਲੋਚਨਾ ਨੂੰ ਗੁਣਿਆ ਮਾਣਿਆ ਪਈ, ਹੰਡਾਇਆ ਔਰ ਫਿਰ ਆਪਣੇ ਸਾਹਮਣੇ ਪੇਸ਼ ਕੀਤਾ। ਤਾਂ ਇਹਨਾਂ ਦੀ ਆਲੋਚਨਾ ਜੇ ਅਗਰ ਦ੍ਰਿਸ਼ਟੀ ਬਿੰਦੂ ਅਗਰ ਆਪਾਂ ਵੇਖੀਏ, ਹਰਭਜਨ ਸਿੰਘ ਦੀ ਸਮੀਖਿਆ ਦੇ ਆਧਾਰ ਬਿੰਦੂ ਜਿਹੜੇ ਬਣਦੇ ਨੇ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਪਹਿਲਾ ਜਿਹੜਾ ਆਧਾਰ ਬਿੰਦੂ ਬਣਦਾ ਹੈ ਉਹ ਆ ਹੈ ਕਿ ਸਾਹਿਤ ਸਿਧਾਂਤ, ਸਾਹਿਤ ਸ਼ਾਸਤਰ ਤੇ ਸਾਹਿਤ ਵਿਗਿਆਨ, ਇਸ ਵਿੱਚ ਉਹਨੇ ਕਈ ਪੁਸਤਕਾਂ ਲਿਖੀਆਂ ਪਈ। ਇਸ ਵਿੱਚ ਉਸਦੀਆਂ ਸਾਹਿਤ ਸਿਧਾਂਤ, ਸਾਹਿਤ ਵਿਗਿਆਨ, ਸਾਹਿਤ ਅਧਿਐਨ ਸਿਸਟਮੀ ਆਦਿ ਪੁਸਤਕਾਂ ਸ਼ਾਮਲ ਹੁੰਦੀਆਂ ਨੇ। ਇਸ ਦੇ ਉੱਤੇ ਭਾਈ ਜਿਹੜਾ ਇਹਦਾ ਪਹਿਲਾ ਆਧਾਰ ਬਿੰਦੂ ਹੈ ਸਾਹਿਤ ਦੇ ਸਿਧਾਂਤ, ਸਾਹਿਤ ਦਾ ਸ਼ਾਸਤਰ ਤੇ ਸਾਹਿਤ ਵਿਗਿਆਨ ਤੋਂ ਸੰਬੰਧਿਤ ਜਿਹੜੀਆਂ ਇਹਦੀਆਂ ਰਚਨਾਵਾਂ ਨੇ ਉਹ ਇਸ ਪ੍ਰਕਾਰ ਨੇ: ਸਾਹਿਤ ਸਿਧਾਂਤ, ਸਾਹਿਤ ਵਿਗਿਆਨ, ਸਾਹਿਤ ਅਧਿਐਨ ਤੇ ਸਿਸਟਮੀ। ਜਿਹੜੀਆਂ ਆ ਪੁਸਤਕਾਂ ਨੇ ਇਹਦੇ ਵਿੱਚ ਜਿਹੜੀ ਗੱਲਬਾਤ ਹੋਈ ਹੈ ਉਹ ਸਾਹਿਤ ਦੇ ਸਿਧਾਂਤ ਬਾਰੇ, ਸਾਹਿਤ ਦੇ ਸ਼ਾਸਤਰ ਬਾਰੇ ਤੇ ਸਾਹਿਤ ਵਿਗਿਆਨ ਬਾਰੇ ਚਰਚਾ ਹੈ ਜੋ ਉਹ ਛੇੜਦਾ ਹੈ। ਸਾਹਿਤ ਸ਼ਾਸਤਰ ਸੰਕਲਪ ਨੂੰ ਉਸਨੇ ਸਾਹਿਤ ਸਿਧਾਂਤ ਲਈ ਵਰਤਿਆ ਹੈ। ਇਸ ਸੰਕਲਪ ਅਧੀਨ ਉਹ ਆਪਣੇ ਸੰਕਲਪਾਂ ਸੰਬੰਧੀ ਸਿਧਾਂਤਕ ਚਰਚਾ ਛੇੜਦਾ ਹੈ ਤੇ ਉਹਨਾਂ ਨਾਲ ਜਾਣ ਪਛਾਣ ਕਰਵਾਉਂਦਾ ਹੈ। ਹੁਣ ਉਹ ਇਹ ਮੰਨਦਾ ਹੈ ਕਿਉਂਕਿ ਰੂਪਵਾਦੀ ਧਾਰਾ ਤੋਂ ਸੰਬੰਧਿਤ ਸੀ ਬਈ, ਇਸ ਵਿਚਾਰਧਾਰਾ ਨੂੰ ਉਹ ਮੰਨਦਾ ਸੀ ਰੂਪਵਾਦੀ ਨੂੰ। ਤਾਂ ਅਗਰ ਆਖਿਆ ਜਾਵੇ ਜਿਹੜੀ ਉਹਦੀ ਸਾਹਿਤ ਵਿਗਿਆਨ ਔਰ ਸਾਹਿਤ ਸਿਧਾਂਤ ਜਿਹੜੇ ਹੁੰਦੇ ਸੀਗੇ ਉਹ ਇੱਕ ਸੀਮਤ ਤੇ ਬੰਦ ਸੰਸਾਰ ਹੈ ਬਈ। ਉਹਦਾ ਸਾਹਿਤ ਵਿਗਿਆਨ ਸੀਮਤ ਤੇ ਬੰਦ ਸੰਸਾਰ ਹੈ, ਅਸਲ ਵਿੱਚ ਉਹ ਨਿਰੋਲ ਸੰਦਾਂ ਦਾ ਸੰਸਾਰ ਹੈ। ਭਾਸ਼ਾ ਵਿਗਿਆਨੀ ਭਾਸ਼ਾ ਦੀ ਵਿਆਕਰਨ ਵੱਲ ਰੁਚਿਤ ਹੁੰਦਾ ਹੈ, ਉਸ ਦੀ ਸਾਰਥਕਤਾ ਵੱਲ ਨਹੀਂ। ਇਹਨੂੰ ਆਪਾਂ ਇਦਾਂ ਵੀ ਕਹਿ ਸਕਦੇ ਹਾਂ ਕਿ ਉਹਦਾ ਸਾਹਿਤ ਵਿਗਿਆਨ ਪ੍ਰਵਚਨ ਤੇ ਵਿਆਕਰਨ ਵੱਲ ਰੁਚਿਤ ਹੈ, ਉਸ ਦੀ ਸਾਰਥਕਤਾ ਵੱਲ ਨਹੀਂ ਹੈ। ਔਰ ਉਹਦੇ ਜਿਹੜੇ ਸਾਹਿਤ ਸਿਧਾਂਤ, ਸਾਹਿਤ ਸ਼ਾਸਤਰ ਤੇ ਸਾਹਿਤ ਵਿਗਿਆਨ ਤੋਂ ਸੰਬੰਧਿਤ ਉਸਨੇ ਆ ਪੁਸਤਕਾਂ ਰਚੀਆਂ ਨੇ, ਉਹਦਾ ਵਿਸ਼ਾ ਵੀ ਲਗਭਗ ਆਹੀ ਰਿਹਾ ਹੈ ਬਈ, ਸਾਹਿਤ ਸਿਧਾਂਤ, ਸ਼ਾਸਤਰ ਤੇ ਸਾਹਿਤ ਵਿਗਿਆਨ। ਤੇ ਇਸ ਦੇ ਵਿੱਚ ਉਹ ਜਿਹੜਾ ਹੈਗਾ ਹੈ ਅੰਤਰਮੁਖੀ ਵਿਆਖਿਆ ਕਰਦਾ ਹੈ। ਅੰਤਰਮੁਖੀ ਵਿਆਖਿਆ ਦੇ ਅੰਦਰ ਕੀ ਹੁੰਦਾ ਹੈ ਕਿ ਸਿਰਫ ਰਚਨਾ ਦੀ ਗੱਲ ਕਰਨੀ, ਉਹ ਰਚਨਾ ਹੈ ਜਿਹੜੀ ਰਚਨਾ ਲਿਖੀ ਗਈ ਹੈ, ਜੋ ਵੀ ਲਿਖਤ ਹੈ ਬਸ ਉਸ ਦੀ ਗੱਲ ਕਰਨੀ। ਲਿਖਤ ਤੋਂ ਬਾਹਰਲੇ ਜਿਹੜੇ ਵੇਰਵੇ ਹੈ ਬਈ ਲੇਖਕ ਕੀ ਹੈ, ਲੇਖਕ ਕਿਸ ਤੋਂ ਪ੍ਰਭਾਵਿਤ ਰਿਹਾ, ਉਸ ਸਮੇਂ ਦੀ ਰਾਜਨੀਤਿਕ ਇਤਿਹਾਸਿਕ ਦ੍ਰਿਸ਼ਟੀਕੋਣ ਕਿਹੋ ਸੀ, ਉਸ ਤੋਂ ਪ੍ਰਭਾਵਿਤ ਹੋ ਕੇ ਇਹਨੇ ਆ ਚੀਜ਼ਾਂ ਲਿਖੀਆਂ। ਕਹਿੰਦਾ ਇਹ ਸਭ ਕੁਝ ਛੱਡ ਦਿਓ ਪਈ, ਕਿਉਂਕਿ ਜਿਹੜੇ ਉੱਤੇ ਆਪਾਂ ਵਿਚਾਰਧਾਰਾਵਾਂ ਦਸੀਆਂ ਨੇ ਉਹ ਕੀ ਕਹਿੰਦੇ ਹੈ, ਉਹ ਕਹਿੰਦੇ ਹੈ ਕਿ ਵਿਸ਼ਾ ਦੀ ਮੌਤ, ਆਥਰ ਦੀ ਦਾ ਡੈਥ ਆਫ ਆਥਰ, ਦਾ ਡੈਥ ਆਫ ਸਬਜੈਕਟ, ਵਿਸ਼ਾ ਦੀ ਮੌਤ, ਲਿਖਾਰੀ ਦੀ ਮੌਤ। ਕਹਿਣ ਦਾ ਭਾਵ ਕਿ ਆਪਾਂ ਅਗਰ ਕੋਈ ਵੀ ਲਿਖਤ ਦੇਖਦੇ ਆ ਤਾਂ ਸਿਰਫ ਲਿਖਤ ਉੱਤੇ ਚਰਚਾ ਕਰੀਏ, ਉਸ ਲਿਖਤ ਨੂੰ ਲਿਖਾਰੀ ਤੋਂ ਹਟਾ ਦਈਏ ਭਾਈ, ਲਿਖਾਰੀ ਤੋਂ ਵੱਖ ਕਰਕੇ ਲਿਖਤ ਨੂੰ ਮਾਣਨਾ ਹੈ, ਉਹਦੇ ਵਿਸ਼ਾ ਤੋਂ ਵੱਖ ਕਰਕੇ ਲਿਖਤ ਨੂੰ ਮਾਣਨਾ ਹੈ। ਹੁਣ ਜੋ ਤੁਸੀਂ ਉਸ ਲਿਖਤ ਨੂੰ ਜਦੋਂ ਪੜੋਗੇ ਤਾਂ ਤੁਸੀਂ ਆਪਣੇ ਹੀ ਅਰਥ ਕੱਢੋਗੇ, ਨਾ ਕਿ ਉਹ ਅਰਥ ਜਿਹੜੇ ਕਿ ਉਸ ਲਿਖਾਰੀ ਨੇ ਕੱਢੇ ਨੇ। ਤੇ ਇਸ ਤੋਂ ਸੰਬੰਧਿਤ ਵਿਚਾਰਧਾਰਾਵਾਂ ਤੋਂ ਸੰਬੰਧਿਤ ਹੀ ਇਸ ਦੀਆਂ ਜਿਹੜੀਆਂ ਇਹ ਪੁਸਤਕਾਂ ਨੇ, ਸਾਹਿਤ ਸਿਧਾਂਤ, ਸਾਹਿਤ ਵਿਗਿਆਨ, ਸਾਹਿਤ ਅਧਿਐਨ ਤੇ ਸਿਸਟਮੀ ਪੁਸਤਕਾਂ ਨੇ। ਇਸ ਦੇ ਵਿੱਚ ਸ਼ਾਮਲ ਕੀ ਹੈ, ਇਸ ਦੇ ਵਿੱਚ ਉਹਨੇ ਸਾਹਿਤ ਸਿਧਾਂਤਾਂ ਦੀ ਜਿਹੜੀ ਚਰਚਾ ਕੀਤੀ, ਸਾਹਿਤ ਸ਼ਾਸਤਰ, ਸਾਹਿਤ ਵਿਗਿਆਨ ਤੋਂ ਸੰਬੰਧਿਤ ਜਿਹੜੀ ਚਰਚਾ ਕੀਤੀ, ਉਹ ਇਹਨਾਂ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ ਹੈ। ਅਗਲਾ ਦੂਜੀ ਗੱਲ ਸਾਹਿਤ ਆਲੋਚਨਾ। ਸਾਹਿਤ ਆਲੋਚਨਾ ਦਾ ਜਿਹੜਾ ਉਹਦਾ ਮਾਡਲ ਸੀਗਾ ਭਾਈ ਰੂਪਵਾਦੀ ਮਾਡਲ ਸੀ। ਇਹਨਾਂ ਸਿਧਾਂਤਾਂ ਉੱਪਰਲੇ ਜਿਹੜੇ ਵਿਚਾਰਧਾਰਾ ਹੈ ਉਸ ਨੂੰ ਹੀ ਮੁੱਖ ਰੱਖਦੇ ਹੋਏ ਉਹ ਇਸ ਵਿਚਾਰਧਾਰਾ ਨੂੰ ਅੱਗੇ ਲੈ ਕੇ ਚੱਲਦਾ ਹੈ ਭਾਈ। ਸਾਹਿਤ ਆਲੋਚਨਾ ਚ ਅਗਰ ਸਾਹਿਤ ਆਲੋਚਨਾ ਵਿੱਚ ਉਸਦੀਆਂ ਜਿਹੜੀਆਂ ਪੁਸਤਕਾਂ ਲਿਖੀਆਂ ਜਾ ਸਕਦੀਆਂ ਨੇ ਸਾਹਿਤ ਆਲੋਚਨਾ ਤੋਂ ਸੰਬੰਧਿਤ, ਉਹ ਹੈ ਅਧਿਐਨ ਤੇ ਅਧਿਆਪਨ, ਮੁੱਲ ਤੇ ਮੁਲਾਂਕਣ, ਰਚਨਾ ਸੰਰਚਨਾ, ਪਾਰਗਾਮੀ ਪੁਸਤਕਾਂ ਸ਼ਾਮਲ ਨੇ। ਔਰ ਇਹ ਜਿਹੜੀਆਂ ਪੁਸਤਕਾਂ ਨੇ ਇਹਨਾਂ ਦਾ ਵਿਸ਼ਾ ਜਿਹੜਾ ਹੈ ਮੱਧਕਾਲੀ ਕਾਵਿ ਧਾਰਾਵਾਂ ਤੋਂ ਲੈ ਕੇ ਆਧੁਨਿਕ ਸਾਹਿਤ ਬਾਰੇ ਸਿਧਾਂਤਕ ਆਲੋਚਨਾ ਹੈ ਜੋ ਇਹਨਾਂ ਪੁਸਤਕਾਂ ਦੇ ਅੰਦਰ ਮਿਲਦੀ ਹੈ। ਹੁਣ ਜਿਹੜਾ ਦੂਜਾ ਆਧਾਰ ਬਿੰਦੂ ਸੀਗਾ ਉਹ ਸੀਗਾ ਸਾਹਿਤ ਆਲੋਚਨਾ ਪਈ। ਔਰ ਸਾਹਿਤ ਆਲੋਚਨਾ ਦੇ ਅੰਦਰ ਦੀਆਂ ਜਿਹੜੀਆਂ ਪੁਸਤਕਾਂ ਨੇ ਅਧਿਐਨ ਤੇ ਅਧਿਆਪਨ, ਮੁੱਲ ਤੇ ਮੁਲਾਂਕਣ, ਰਚਨਾ ਸੰਰਚਨਾ ਤੇ ਪਾਰਗਾਮੀ, ਇਹਨਾਂ ਪੁਸਤਕਾਂ ਨੂੰ ਸ਼ਾਮਿਲ ਕੀਤਾ ਗਿਆ। ਇਹਨਾਂ ਪੁਸਤਕਾਂ ਦਾ ਜਿਹੜਾ ਵਿਸ਼ਾ ਹੈ ਮੱਧਕਾਲੀ ਕਾਵਿ ਧਾਰਾ। ਹੁਣ ਮੱਧਕਾਲੀ ਕਾਵਿ ਧਾਰਾਵਾਂ ਕਿਹੜੀਆਂ ਨੇ? ਗੁਰਬਾਣੀ ਤੋਂ ਸੰਬੰਧਿਤ ਕਿੱਸਾ ਕਾਵਿ ਬਾਰੇ
वीर काव्य बारे, सूफी काव्य बारे इसने निवेकले दृष्टिकोण ने जो वो प्रस्तुत किए ने। और उस तो बाद आधुनिक साहित्य, ते जेड़ा आधुनिक साहित्य है उस तो संबंधित भी इसने जो चर्चा है छेड़ी है। उस अनुसार पंजाबी साहित्य के मौलिक काव्य रूपों विचों ही इस दे काव्य शास्त्र है जो वो सिरजिया जावे, उनका ये मनना सीगा भाई। ते ये जड़ियां आ पुस्तकां सी वो जेड़े है साहित्य आलोचना तो संबंधित होंदियां पुस्तकां ने भाई। और आलोचना का जिहड़ा इहदा धुरा है वो रूपवाद है। रूपवाद अते होर जेड़े वाद ने जिहड़े उत्ते लिखे ने उस तो संबंधित रहा है। तो उस तो बाद अगला आधार बिंदु है वो विहारक आलोचना है। सिद्धांतक आलोचना बई आलोचना दे सिर्फ सिद्धांतां दी गल कीती जावे। विहारक आलोचना दे विच जिहड़े सिद्धांत है वो ना किते विहार दे उत्ते इंप्लीमेंट किते जाण। कोई ना कोई व्यवहारक रचना है उस दे हर एक पक्ष दे उत्ते विचार करते हुए उस दा जिहड़ा है पूर्ण आलोचना की जावे। बई जिहड़े सिद्धांत उन्हें रचे वो व्यवहार दे उत्ते लागू हो सकते ने कि नहीं, इस बारे जिहड़ी उन्हें चर्चा की है। विहारक आलोचना तो संबंधित जिहड़े भी उन्हें सिद्धांत घड़े उन्हां सिद्धांतां नूं व्यवहारकता दे उत्ते हंडा के भी दस्सिआ है पई। एवें नहीं कि सिद्धांत रचते सारे सिद्धांत हवा च नहीं, उन्हें जिहड़े सिद्धांत रचे उस नूं विहारकता दे उत्ते भी खरा उतारिया। ते ओ जिहड़ी विहारक आलोचना जिहड़ी विहारकता तो संबंधित है उस दे अंदर जिहड़ियां इहदियां पुस्तकां आंदियां ने रूप की, एक खत तेरे नां, खामोशी दा जजीरा, प्यार परिवार, मेरी पसंद आदि पुस्तकां नूं अपने निकट अध्ययन का विषय बनाया अते विहारकता दे विच जिहड़े सिद्धांत सी उन्हां नूं विहारकता दे विच ढालिया। हुण जिहड़ी ये पुस्तकां ने उन्हां दा विषय की है भाई। जिहड़ी रूप की पुस्तक है, रूप की पुस्तक दे अंदर आधुनिक कवियां दी कवितावां दा पाठमूलक अध्ययन है। हुण इन्हां ने की कीता कि आधुनिक कवि है जिहड़े उन्हां दी कवितावां नूं लिता और उन्हां दी कवितावां च जिहड़े अपने सिद्धांत ने उन्हां उत्ते उहनूं खरा उतार के दस्सिआ पई। उन्हां सिद्धांतां दी व्यवहारकता नूं जिहड़ा है वो दर्शाया है। हुण अगे गल करिए एक खत तेरे नां। ये जिहड़ा एक खत तेरे नां है एक खत बाणीकारां दे ते आधुनिक साहित्यकारां दे नाम एक खत जो उन्हें लिखिया है उनकी गल इस विच कीती गई है। मध्यकाल दे बाणीकार साहित्यकार अते आधुनिक साहित्यकारां नूं उन्हें संबोधन करते हुए खत लिखिया है। उस तो बाद अगली जिहड़ी इहदी विहारक आलोचना की रचना है खामोशी दा जजीरा। यह जिहड़ा खामोशी दा जजीरा है एक प्रेम प्रकाश की कहानी श्वेतांबर ने कहा सी। प्रेम प्रकाश की कहानी श्वेतांबर ने कहा सी, उनकी समीक्षा की है विहारक पद्धर ते। उन्हें कहानी लिती, श्वेतांबर ने कहा सी, प्रेम प्रकाश वाली कहानी लिती और उनके उत्ते अपने सिद्धांत है उन्होंने ढाल के दसिया पई। इसी कहानी तो व्यवहारक रचना हैगी है। विहारक आलोचना है वो जिहड़े सिद्धांत सी उन्होंने व्यवहार दे रूप विच वरतिया अपनाया पई। क्योंकि इस तो पहला जिहड़े बंदे सीगे वो मार्क्सवाद वल उलार सी। संत सिंह सेखों अते संत सिंह सेखों की पार्टी वाले बंदे उन्होंने मार्क्सवादी है जिहड़ा उस विचारधारा नूं अपनाया, परंतु जिहड़ा हरभजन सीगा वो किते ना किते उस मार्क्सवादी विचारधारा दे नाल विचार वटांदरा करना चाहता सी, संवाद करना चाहता सीगा ते उस दे विरोध विच वो आया और उसने एक नवी विचारधारा है पंजाबी आलोचना के अंदर वो लैके आया। वो सीगी रूपवादी विचारधारा तो संबंधित होर भी विचारधारावां इन्हें जो है शामिल किया। इस तरह आप देखते हैं कि अपने पंजाबी आलोचना के जिहड़े दो थंब है संत सिंह सेखों ते हरभजन सिंह। पंजाबी आलोचना दे विच एक समय दो पार्टियां होंदियां सी बई, मार्क्सवादी पार्टी संत सिंह सेखों दी जिहड़ी कि बाहर मुखी व्याख्या है वो करया करदी सी मार्क्सवादी सिद्धांतां दे उत्ते और दूजी जिहड़ी पार्टी सी वो हरभजन सिंह दी सी पई जिहड़ी रूपवादी विचारधारा नूं फॉलो करती सी और जिहड़ियां अंदरूनी विचारधारा है रचना तो संबंधित है उस तो वो संबंधित सी। तो काफी लोग है जो मार्क्सवाद संत सिंह सेखों नाल जुड़े हुए सी और बहुत सारे विचारक सी वो जिहड़े हरभजन सिंह है उनकी विचारधारा जिहड़ी रूपवादी विचारधारा है उस नूं फॉलो करदे सन पई।
ये काफी लंबे समय तक चल रहा। इस तरीके दोनों थंब सीगे, इसी कारण अपने पाठक्रम के अंदर ये दोनों बंदे है वो आते हैं। और कदे भी जिथे आलोचना की गल की जाएगी, भावे कोई भी सिलेबस आवे, जे घट्टो घट बंदे पाने पैणगे तो ये दो बंदे है वो पाठक्रम के अंदर जरूर शामिल किए जाएंगे, क्योंकि ये पंजाबी आलोचना के दो थंब है जिन्होंने दो विचारधारावां नूं स्थापित किया और तोड़िया पई। ये जिहड़ी गल है वो सीगी हरभजन सिंह तो संबंधित। हुण आपां हरभजन सिंह तो संबंधित जिहड़ी गल पिछे पढ़ी सी उहनूं एक बार दोबारा लै लैंदे आ पई। जिवें हरभजन सिंह की जिहड़ी समीक्षा, ये सारियां पुस्तकां सी जिहड़ियां उत्ते आपां जिन्हां रचनावां की गल कीती सी, उस रचनावां नूं 3 भागां दे विच वंडिया है भी किहड़ी रचना है, उहदे विच की विषय वस्तु है, किहड़े सिद्धांतां दे उत्ते आधारित है। ते जिहड़ी साहित्य सिद्धांत, साहित्य शास्त्र ते साहित्य विज्ञान तो संबंधित होंदियां जिहड़ियां पुस्तकां ने वो है साहित्य सिद्धांत, साहित्य विज्ञान, साहित्य अध्ययन सिस्टमी। इन्हां विच आही गल है जो की गई है। दूजी उनकी जिहड़ी आलोचना सी, साहित्य आलोचना रूपवाद तो संबंधित सी बई, और इन्हां सिद्धांतां तो संबंधित सीगा, वो विचारधारावां तो संबंधित सीगा। ते उन्हां तो संबंधित जिहड़ी उहदियां रचनावां ने वो अध्ययन ते अध्यापन, मुल ते मूल्यांकन, रचना संरचना, पारगामी, इन्हां विच ये चीज है जो दी गई है। और मध्यकाली काव्यधारा तो लैके आधुनिक साहित्य बारे सिद्धांतक आलोचना है जो की गई है, क्योंकि इस विच गल ही साहित्य की आलोचना दी है। हुण साहित्य की आलोचना दी उत्ते जिहड़े दो गल्लां है उत्थे सिद्धांतक रूप से उन्हां दी पेशकारी की गई है, परंतु यह सिद्धांतक आलोचना है ते किते ना किते व्यवहार दे विच भी तां हंडाणी पऊगी, व्यवहारकता भी तां इहदे विच होना चाहिए है। तां इसने कई पुस्तकां विहारक आलोचना ते भी लिखियां और इन्हें जिहड़े सिद्धांत घड़े सी उन्हां नूं विहारक पद्धर दे उत्ते ढाल के दसिया। इहदे विच रूप की, एक खत तेरे नाम, खामोशी दा जजीरा, प्यार परिवार, मेरी पसंद आदि पुस्तकां अपने निकट अध्ययन का जिहड़ा विषय है वो बनाया है। ठीक है, इन्हां विच इसदा है और यह तुहानूं पहला दसिया ही होया है। जे हुण आपां गल करिए शुरू दे विच उहने विद्यार्थी दी इम्तिहानी लोड़ां दी पूर्ति लई रैनेवेलिक ते ऑस्टन वारेन, रैनेवेलिक ते ऑस्टन वारेन दी पुस्तक है थ्योरी ऑफ लिटरेचर, उनका चोखा लाभ उठाया और उसने पुस्तक है जिहड़ी साहित्य शास्त्र वो रची बई। और वो खुद भी यह गल मनदा है कि साहित्य शास्त्र पुस्तक रचते समय मैं इस पुस्तक का लाभ चुकिया। कहने का भाव इहनूं आपां इन्हां शब्दां विच भी कह सकते हैं कि साहित्य शास्त्र जिहड़ी पुस्तक है इहदी वो पुस्तक रैनेवेलिक ते ऑस्टन वारेन दी थ्योरी ऑफ लिटरेचर दी नकल है, उथों कॉपी पेस्ट किया गया है ते चंगी चौखी समझ दी बन गई। और उस तो बाद फिर सारे सिद्धांत ने जिहड़े पश्चिम के सारे सिद्धांत ने वो सारे ने सारे इसने पंजाबी आलोचना दे विच वाड़ते गई। ठीक है, यानी मौलिकता है जो उस दे उत्ते सवाल उठता है, अपना कुछ भी नहीं, यानी कि सब कुछ की है कि दूजा। परंतु एक काबिले तारीफ जिहड़ी गल संत सिंह सेखों और इन्हां ने कीती है वो आ है कि ये जिहड़े सारियां विचारधारावां सी इन्हां नूं पचा के हंडा के पंजाबी आलोचना दे मेचे करके फिर लिखे है भाई, ये इन्हां दा योगदान रहा है। हुण आपां जे गल करिए इस तो अगे गल तोड़दे आ भाई हरभजन सिंह, क्योंकि इन्हें काफी काम किया है भाई आलोचना दे खेतर दे अंदर। कई प्रोफैसर सी इहदे नाल जुड़े हुए सी भाई, लगातार जुड़िया रहा हो। रूसी रूपवाद, फ्रांसीसी संरचनावाद ते नव अमरीकन आलोचना तो सेध प्राप्त की है। इस तो उसने सेध प्राप्त की है भाई। अपनी अध्ययन दृष्टि नूं रचना केंद्रित बनाउण लई और रूसी रूपवाद तो अजनबीकरण की जुगत लैंदा है, क्योंकि रूसी रूपवाद है वो केंद्रित है रचना के उत्ते और ये जिहड़ियां विचारधारावां ने आ किते ना किते इन्हां रचनावां दे उत्ते, रचना के उत्ते केंद्रित है। वो कहंदी अपने तां मुख जिहड़ा फोकस है वो रचना के उत्ते करना है। और इस संबंधी रूसी रूपवाद पूरा का पूरा चैप्टर करा रखा भाई, तुसीं वो वेख सकदे हो, चंगी समझ तुहाडी बन जूगी। फिर भी संखेप दे विच मैं इत्थे गल करदा कि उसने गल की रचना के उत्ते, सिर्फ रचना उत्ते फोकस करो, रचना के बाहरले जिहड़े बंदे आ उन्हां नूं बाहर कढ दो, सिर्फ जिहड़ा है अंदरूनी अध्ययन है जिहड़ा वो किया जाए, रचना के बारे सोचा जाए, रचना का अपने आप जिहड़ा पाठक है वो अर्थ कढेगा।
जो अर्थ लिखारी ने कढ़े जरूरी नहीं कि वह कढ़े, क्योंकि गुरबाणी में भी देखो जो गुरु साहब ने अर्थ कढ़े हो, जिंदी जी अवस्था होंगी है वो उस पद्धर का अर्थ है गुरबाणी तो कढ़ता है। और अगर दूजी होर गल करिए, किसी होर लेखक की रचना की गल कर ली, जे तुसी कोई भी स्टेटस लगा दो भाई, कोई भी स्टेटस लगा दो, थले लिखो ना शिव कुमार बटालवी, कोई भी बड़ा नाम थले ना पाओ गुलजार, और तुसी सीधा लिख दो, लोग उन्होंने पढ़नगे, तुहाडे स्टेटस नूं इग्नोर कर देंगे, कहणगे आ की लिखे है इन्हें, अज कुलदीप ने आ की पाता, या जेडे भी अपने कोई भी लेखक है छोटे मोटे कहणगे उन्होंने की पाता, थले वो की कहंदे जदों नाम लिखिया जांदा वड्डे लिखारी दा तो वो प्रभावित हो जाते हैं, वो कहते वाह वाह की गल की है भाई, तुसी वेख ये उदाहरण है। तो इसी कारण की करते हैं कि कॉपी पेस्ट वाले कई बार नाम पा देंगे ताकि लोग फिर वो कहते भाई अब फलाने ने गल की, कोई तकड़ी गल की होगी, परंतु दूसरी रूप आदे कहता है कि तुसी उन्होंने हटा दो भाई, क्योंकि जदों उनके नाम जोड़ दिता जाता है तो जिहड़ा पाठक है वो प्रभावित हो जाता है, वो पहले तो ही प्रभावित हो जाता है, इन्हें गल की तो कोई चंगी की होगी या वड्डे पद्धर की गल की होगी। तो इस कारण कहते ऑथर नूं पासे करो, विषय नूं पासे करो, हुण पढ़न दो आप ही अर्थ कढ़ेगा भाई। ते ਸਾਹਿਤ ਭਾਸ਼ਾ ਅਤੇ ਆਮ ਭਾਸ਼ਾ ਦੇ ਨਿਖੇੜੇ ਨੂੰ ਸਮਝਦਾ ਹੈ ਉਹ, ਸਾਹਿਤ ਵਿਚਲੇ ਸਮਾਜ, ਸਾਹਿਤ ਦੇ ਅੰਦਰਲਾ ਸਮਾਜ ਬਈ, ਭਾਸ਼ਾ ਇਤਿਹਾਸ ਰਾਜਨੀਤੀ ਆਦਿ ਨਾਲ ਸੰਬੰਧਿਤ ਵੇਰਵਿਆਂ ਨਾਲ ਸੰਬੰਧ ਸਥਾਪਿਤ ਕਰਕੇ ਉਹ ਸਾਹਿਤਕਤਾ ਦੀ ਭਾਲ ਲਈ ਨਿਕਟ ਅਧਿਐਨ, संरचना, तनाव, व्यंग, विरोधाभास, अमूर्तन समूर्तन, इहदियां जिहड़ियां गल्लां ने, ये जिहड़े समीक्षा दे संद ने उन्हां दी वरतों कीती, और ये सारे संद ने जिहड़े वो इन्हां तों संबंधित है पई। और बाहरी पक्ष है जिहड़े राजनीति है, इतिहास है, कहंदा इन्हां नूं साइड च करो, लेखक है इहनूं साइड दे विच करो। हुण आपां जिहड़ी गल करनी है निकट अध्ययन दी गल करनी है, उस पाठ जिहड़ा पाठ है उस दे उत्ते फोकस करना है पई, उनकी संरचना उत्ते, उनके तनाव, उनके व्यंग विरोधाभास के उत्ते ही फोकस आपां नूं करना है। कहने का भाव कि जिहड़ा सिस्टम है वो स्वै निर्भर बंद सिस्टम है, बंद सिस्टम। आपां नूं सिर्फ ते सिर्फ जिहड़ी रचना है उस बारे सोचना है, उनके अपने हिसाब नाल पार्थ कढने, ये बंद सिस्टम है बस, उस तो बाहर जिहड़ियां गल्लां है उस नूं छड्ड देना है। अमरीकन आलोचना तो समझ उधारी लैके वो साहित्य का विज्ञान उसारण की गल करता है। इसे तरह रचना नूं वो की करता है स्वै निर्भर बंद सिस्टम वजों ग्रहण करने की विधि है, वो फ्रांसीसी संरचनावाद तो उसने लिती है, क्योंकि फ्रांसीसी संरचनावाद कहता है कि रचना एक बंद सिस्टम है, उस बंद सिस्टम उस रचना नूं बस तुसीं समझना है, उस तो इलावा होर जिहड़ियां बाहरलियां गल्लां उहनूं छड्ड दो, जिहड़ी अंदरली गल है रचना का सिस्टम, रचना नूं समझो, उस हिसाब नाल तुसीं अपनियां जो अर्थ है वो कड्डो। अगली है बाणी संसार की व्याख्या। लो जी, उन्हें बाणी संसार की व्याख्या भी की है। देखो अगर तुसी किसी भी सिद्धांत नूं बाणी संसार दे विच, बाणी संसार दे उत्ते लागू करना चाहते तो बड़ा ही तुहानूं सचेत रहने की लोड़ है, क्योंकि मुद्दा धर्म का है। किते 19-21 होगी बहुत वड्डी दिक्कत आ सकती है। कोई विद्वान जिहड़े बंदे होंदे ने वो ही की कहते हैं कि इसकी बाणी संसार की व्याख्या करते हैं, क्योंकि जो गलत व्याख्या होगी फिर भी, और जो गलत सिद्धांत तुसीं उनके उत्ते लागू करता तां भी तुहाडा विरोध हो जाएगा, और आम जनता भी तुहाडा विरोध कर सकती है। परंतु हरभजन सिंह एक सुलझिया होया आलोचक सीगा, उसने बाणी संसार की व्याख्या है जो अपने तरीके नाल कीती पई, इन्हां सिद्धांतां दे आधार ते उसने कीती। और वो कहंदा सीगा कि हरभजन सिंह ने पहली बार बाणी दे विलक्षण स्वरूप नूं समझिया, बाणी अते काव्य विच नखेड़ा किया। बाणी के स्वरूप संबंधी उनकी केंद्रीय स्थापना है कि बाणी शब्द रचना होने करके कविता की एक वनंगी है, अते इसनूं काव्य शास्त्री पहुंच राही समझिया अते मुलंकिया जा सकता है। कितनी वड्डी गल उन्हें कही कि बाणी है जिहड़ी ना वो कविता की एक वनंगी है, और एक गल मनवाना भी बहुत वड्डी गल है लोगों तो। नहीं तो लोग कहते नहीं जी साडी बाणी नूं कविता क्यों कहता, कहना कविता की एक वनंगी है। अगे की किया उन्हें, कविता की एक वनंगी है, कविता की वनंगी होने कारण इसनूं साहित्य शास्त्र जिहड़ी काव्य शास्त्र दीआं जिहड़ियां पहुंचां ने उन्हां राहीं समझा भी जा सकता है, मुलंकिया भी जा सकता है।
और बाणी अते काव्य दा नखेड़ा करदा होया वो कहंदा है कि बाणी है जिहड़ी वो ब्रह्म केंद्रित रचना है, इस विच मनुख नूं ओही स्थान प्राप्त है, मनुख नूं दुजैला स्थान प्राप्त है। भाई वो कहंदा जो भी ग्रहण योग है बाणी के अंदर, जो भी ग्रहण योग है वो देवमुख है, क्योंकि बाणी की है कि ग्रहण योग है, ग्रहण योग है, ग्रहण योग वही है जो देवमुख है, और सारी बाणी है जो गुरुओं ने रची गई है इस कारण की है वो देवमुख है। उन्होंने सत्कार करिए, बाकी सब कुछ त्याग देइए। उन्हें वड्डी गल की तो इस कारण की होता है कि हर एक नूं खुशी होती है बई वो गल कहते बाणी ब्रह्म केंद्रित है जी, इस विच मनुख नूं दूजेला स्थान प्राप्त है, पहला स्थान परमात्मा नूं प्राप्त है। ग्रहण योग वही है जो देवमुख है, बाकी सब त्यागण योग है। मनुख की यात्रा ब्रह्मता वल है, निरोल मनुखता वल नहीं। इस चीज जिहड़ी है बड़े बड़े शब्द इस्तेमाल किए और बाणी का बड़ा ही सत्कार किया, क्योंकि हर एक आलोचक है, हर एक विद्वान सत्कार करता है। आपां नूं भी की कहंदे कि अपने ही धर्म ग्रंथां दा नहीं, बाकी होर जिहड़े धर्म ग्रंथ ने उन्हां दी आस्था है जिहड़ी लोकां दी उन्हां नाल जुड़ी हुई है, उनका सत्कार करना चाहिए है। उन्हां दा विरोध करके आपां कोई भी तर्क ना रखिए, आपां अपना तर्क रखिए, उन्हां दा विरोध ना करिए, आपां अपनी गल करिए। दूजा नंबर, बाणी दे आनंद अते कविता दे आनंद विच बुनियादी फर्क इहो ही है कि जिथे कविता है उहदे च वक्ता ते स्रोता दो जने होंदे है। कविता दे अंदर दो वख-वख व्यक्तित्व, परंतु बाणी दे अंदर एक ही है। आत्मा ते परमात्मा नूं मिलना है बाणी दे अंदर। बाणी दे अंदर वक्ता ते स्रोता है, वो दो नहीं है, वो एक है। और बाणी आही कहंदी है कि इस तरीके नाल बाणी पढ़ो कि जिहड़ा वक्ता है और स्रोता है वो दोनों हुण खुद पढ़ो, माणो और इस आत्मा नूं परमात्मा दे नाल जोड़ दो। इहदे विच वक्ता ते स्रोता खुद ही है। तुसीं वेखिया होवेगा लोग सवेरे सवेरे उठते हैं, नहाते धोते हैं, पाठ पढ़ते हैं, खुद पाठ पढ़ते, खुद पाठ पढ़ते हैं, खुद ही सुनते हैं। आम यानी कि जिहड़े सिख धर्म तो संबंधित है और सवेरे उठ के गुरबाणी पढ़नगे, तुसीं वेख लिओ खुद ही वक्ता खुद ही स्रोता। एवें बहुत एवें इदा सिर्फ गुरुद्वारे अंदर होंदा है कि बाबा जी पढ़ते हैं बाकी सुनी जाते हैं। अधिकतर अगर वेख्या जाए, अधिकतर देखा जाए तो की है कि वक्ता स्रोता खुद ही, जिहड़ा सवेरे भी जाता है वह भी की करता है, क्योंकि कई सालों तो जा रहा है, वह भी नाल नाल बाणी उचारदा है और उसनूं माणदा है। वक्ता ते स्रोता एक है, परंतु कविता के अंदर की होंदा, कवि आंदा और गल्लां करदा वड्डियां वड्डियां ते लोग सुनते हैं। वक्ता ते स्रोता दो जने हैं, परंतु इत्थे एक जना है। भाई हुण आपां गल करिए हरभजन सिंह दे अध्ययन विधि दीयां विशेषतावां। की विशेषतावां ने, खासियतां। लो जी, पहली खासियत, अंतरंग विधि वाला आलोचक। अंतरंग विधि, क्योंकि इस दे विच रचना उत्ते पाठ दे उत्ते जोर दिता जाता है। उहदे जिहड़े बाहरवी वेरवे है उन्होंने शामिल नहीं किया जाता, ते इस कारण जिहड़ा एक ही अंतरंग विधि है। और दूजा इसी नूं इस तरीके नाल लिखिया गया रचना पाठ। रचना पाठ ते केंद्रित, सिर्फ रचना पाठ ते केंद्रित है जी। रचना पाठ ते केंद्रित है, कोई लेखक लिखारी विषय किसी ते केंद्रित नहीं है, ये रचना पाठ ते केंद्रित है। उसनूं की कहंदे आपां पढ़ना है, मारना है। उसकी अध्ययन रचना पाठ की समाजिक, इतिहासक अते आर्थिक सार्थकता तो इनकारी नहीं, पर इसनूं अध्ययन वजों ग्रहण करने का प्रयोजन उसका नहीं है। वो कहता है समाजिक, इतिहासक ते आर्थिक सार्थकता हो सकती है, ठीक है, क्योंकि परंतु फोकस किस ते आउंदा, वस्तु ते रूप दोनों की गल्लां कीती है, परंतु उनका फोकस किते है रूप ते। भैया फोकस किते है रूप ते, वस्तु दी रूप दी दोनों की गल कीती है, फोकस रूप दे उत्ते है, क्योंकि रूपवादी है वो साहित्य रचना एक सुतंत्र बंद प्रबंध तस्वर करके इसके अध्ययन लई संदां की तलाश भी पाठ विचों ही करता है। सुतंत्र बंद प्रबंध जिहड़ी रचना की है, स्वतंत्र बंद प्रबंध है। भाई
हुण आपां सिर्फ और सिर्फ की करना है कि जिहड़ी रचना है उसी उत्ते फोकस करना है, उसनूं पढ़ना है। बंद प्रबंध है, बंद सिस्टम है, बस उसनूं उसदे आसे पासे जिहड़ियां चीज़ां उसनूं नहीं वेखना। रूपवादी तां इह कहंदे आ बई तुसीं कोई भी व्यवहारक पद्धर ते आपां अगर गल करिए, एक रूपवादी कहूगा तुसीं कोई भी स्टेटस लाओ ना व्हाट्सएप ते स्टेटस लगाओ, थल्ले राइटर दा नाम ना लिखो, क्योंकि राइटर दा नाम लिखोगे फिर उस नाल गलत हो जाएगा। तुसीं तां सीधा ही लिखो बई जिवें हुण है एक तुक मैं तुहानूं दसदा, तेरे नैन नक्षत सुंदर ने, ते इह जिहड़ी कविता है ये परमात्मा लई लिखी गई है। अगर तुसीं थल्ले राइटर दा नाम पाता फिर की कहंदे कि जिहड़ा बंदा पढ़ूगा वो सोचूगा बई ये थल्ले राइटर है, वो अध्यात्मक है, तां इह की है कि अध्यात्मक रचना है। परंतु थल्ले राइटर का नाम ना पाओ, फिर हर बंदा अपनी सोच के हिसाब नाल सोचूगा। जदों कि मार्क्सवादी सी वो कहंदे सी नहीं थल्ले लिखारी का नाम पाओ, थल्ले लिखारी का नाम पाओ, लोगों को पता है इस लिखारी ने आ गल कही है, ऐ जी उनकी विचारधारा है, लोग ऐजा सोचण और इस विचारधारा समझ तो किते गलत अर्थ ना कढ लेण, क्योंकि इंकलाब लेके आना चाहते सी, किते प्यार वाली गल समझ लेण इंकलाब वाली गल लगी है। तो कहते भाई जिथे भी वो की कहते हैं, वो कहते हैं व्हाट्सएप पे जो स्टेटस पाओ ना तो थल्ले लिखारी का नाम लिखो, सुरजीत पात्र, शिव कुमार बटालवी, गुलजार। हुण जिहड़ा पढ़ूगा वो कहूगा वाह जी। जे हटाता रूपवादी की कहते हैं, रूपवादी कहते हैं भैया राइटर का नाम नहीं, कुछ भी नहीं, विशा राइटर का नाम कुछ भी नहीं, बस लिखो आप ही आप अगला अर्थ समझूगा, जिहड़ा अर्थ जाने वो उनकी मर्जी। वो पूर्व मिथक धारनावां चिंतन मॉडल चिंतन मॉडल है उस तो परे हट के अध्ययन करे पई, जिहड़ा अध्ययन उसने करना है वो सेखो अते किशन सिंह वांग मुल विधानक शब्दावली की थां विज्ञानिक शब्दावली अते संकल्पावली की वरतों करता है। पंजवां विज्ञानक शब्दावली ते संकल्प, जिहड़े संकल्प विज्ञानिक दिते बई उन्हें, ठीक है जी। और उस तो बाद साहित्य रचना पाठां नूं सिद्ध करन दी थां उन्होंने समझण प्रति रुचित है। पाठ नूं सिद्ध नहीं करना चाहता, वो कहना पाठ नूं समझो, बस पाठ नूं समझण ते जोर, पाठ पढ़ो समझो अपने हिसाब नाल, बस इस दे उत्ते जोर है। उसकी अध्ययन दृष्टि काव्य शास्त्री अते अंतर अनुशासनी दे द्वंदात्मक रिश्ते दे विच विचरण वाली है। वो पंजाबी साहित्य का मौलिक काव्य शास्त्र तलाशण वाल रुचित है। एक मौलिक काव्य शास्त्र वो तलाशना चाहता है भाई। ये उनदियां विशेषतावां ने अंतरंग विधि, रचना पाठ ते केंद्रित, रूपवादी है, स्वतंत्र बंद प्रबंध है, वैज्ञानिक शब्दावली ते संकल्पावली, अगे पाठ नूं समझण ते जोर और मौलिक काव्य शास्त्र तलाशण वल रुचित। उसकी अध्ययन दृष्टि काव्य शास्त्री अते अंतर अनुशासनी दे द्वंदात्मक रिश्ते विच विचरण वाली है। ये उनदियां विशेषतावां ने। हुण उनदियां सीमावां दी भी गल कर लीए भाई, हदबंदी की गल कर लीए। हदबंदियां उस तो बाहर नहीं हो गया भाई। लो जी, अपने तो पूर्वली आलोचना नूं ओह अंतर अनुशासनी पहुंच कह के रद्द कर देता है, पर उसकी खुद ही पहुंच एक अंतर अनुशासनी है। फर्क सिर्फ इन्ना है कि यह भाषा केंद्रित मॉडलों पर आधारित है, बस उन्होंने मार्क्सवादी पर आधारित सीगी। अंतर अनुशासनी पहुंच पाई दूजा नूं तो कहंदा वो अंतर अनुशासनी है, तत्ववादी है, खुद भी अंतर अनुशासनी है, तत्ववादी है भाई। अगे सिद्धांतक रूप विच ओह रूप दे संकल्प की व्याख्या करता है, वस्तु और रूप दोनों को शामिल करता है। शामिल तो वस्तु और रूप दोनों को किया, परंतु उसका जोर किस पे है? रूप ते जोर है। दिखावे लिए शामिल दोनों को करता है, कहना वस्तु ते रूप दोनों को गल कर रहे हैं, परंतु जोर इसका रूप के उत्ते है। और रचना पाठ के अध्ययन समय इस
ਨੂੰ ਬਾਕੀ ਸੰਦਰਭਾਂ ਨਾਲ ਤੋੜ ਦਿੰਦਾ ਹੈ। ਇਹ ਠੀਕ ਹੈ ਕਿ ਇਤਿਹਾਸ, ਰਾਜਨੀਤੀ, ਧਰਮ, ਸਾਰਥਕਤਾ ਦੇ ਅਧਿਐਨ ਨਾਲ ਇਸ ਦੀ ਸਾਹਿਤਕਤਾ ਨੂੰ ਠੇਸ ਪਹੁੰਚਦੀ ਹੈ, ਕਿਉਂਕਿ ਫਿਰ ਲੋਕ ਇਹ ਪ੍ਰਭਾਵਿਤ ਹੋ ਕੇ ਉਸ ਉਹੀ ਅਰਥ ਕੱਢਦੇ ਜੋ ਕੱਢਣਾ ਚਾਹੁੰਦਾ ਹੈ। ਪਰ ਸਾਹਿਤਕ ਕਿਰਤ ਦੇ ਰਚੇ ਜਾਣ ਪਿੱਛੇ ਕੋਈ ਨਾ ਕੋਈ ਪ੍ਰਯੋਜਨ ਹੁੰਦਾ ਹੈ। ਇਹ ਪ੍ਰਯੋਜਨ ਇਹਨਾਂ ਸਾਹਿਤ ਬਾਹਰੀ ਤੱਤਾਂ ਵਿੱਚ ਹੀ ਹੈ, ਪਰੰਤੂ ਜਿਹੜੇ ਰੂਪਵਾਦੀ ਹੈ ਉਹ ਅੰਦਰੂਨੀ ਤੱਤਾਂ ਉੱਤੇ ਜ਼ੋਰ ਦਿੰਦੇ ਹੈ। ਤਾਂ ਇਸ ਕਾਰਨ ਉਸ ਤੋਂ ਉਹ ਜਿਹੜਾ ਲੇਖਕ ਜੋ ਮੈਸੇਜ ਪਹੁੰਚਾਉਣਾ ਚਾਹੁੰਦਾ ਸੀਗਾ ਉਹ ਸੁਨੇਹਾ ਪਾਠਕ ਨੂੰ ਨਹੀਂ ਲੱਗਦਾ। ਸਾਹਿਤਕਾਰ ਨੇ ਆਪਣੇ ਵਿਆਕਰਣ ਕਲਾ ਕੌਸ਼ਲ ਦਾ ਪ੍ਰਗਟਾਵਾ ਕਰਨ ਲਈ ਰਚਨਾ ਪਾਠ ਦੀ ਸਿਰਜਣਾ ਨਹੀਂ ਕੀਤੀ, ਕਿਉਂਕਿ ਰੂਪਵਾਦੀਆਂ ਨੇ ਕੀ ਦੇਖਣਾ ਹੈ? ਰੂਪਵਾਦੀਆਂ ਨੇ ਤਾਂ ਉਹਦਾ ਵਿਆਕਰਣ ਦੇਖਣਾ ਹੈਗਾ, ਉਸ ਦੀ ਭਾਸ਼ਾ ਦੇਖਣੀ ਹੈ, ਹਰ ਪਾਠਕ ਕੀ ਹੁੰਦਾ ਅਰਥ ਕੱਢ ਰਿਹਾ, ਇਸ ਦੇ ਉੱਤੇ ਜ਼ੋਰ ਦਿੱਤਾ ਹੈ। ਪਰੰਤੂ ਲਿਖਾਰੀ ਹੈ ਉਹ ਕੇਵਲ ਇਸ ਲਈ ਰਚਨਾ ਨਹੀਂ ਲਿਖ ਰਿਹਾ ਭਾਈ ਉਸਨੇ ਆਪਣੇ ਵਿਆਕਰਣ ਦਾ ਪ੍ਰਗਟਾਵਾ ਕਰਨਾ ਹੈ, ਉਸਨੇ ਆਪਣੇ ਕਲਾ ਕੌਸ਼ਲ ਦਾ ਪ੍ਰਗਟਾਵਾ ਕਰਨ ਲਈ ਰਚਨਾ ਨਹੀਂ ਕੀਤੀ। ਉਹ ਇੱਕ ਟੀਚਾ ਲੈ ਕੇ ਚੱਲਿਆ, ਉਸ ਟੀਚੇ ਨੂੰ ਮੁੱਖ ਰੱਖਦੇ ਹੋਏ ਹੀ ਉਸਨੇ ਰਚਨਾ ਕੀਤੀ ਹੈ। ਤੇ ਉਹ ਜਿਹੜਾ ਬਾਹਰੀ ਪੱਖ ਹੈ ਉਸ ਦੇ ਉੱਤੇ ਵੀ ਕੀ ਕਹਿੰਦੇ ਜ਼ੋਰ ਦੇਣ ਦੀ ਲੋੜ ਹੈ। ਕੱਲਾ ਅੰਦਰੂਨੀ ਪੱਖ ਹੈ ਉਸ ਦੇ ਉੱਤੇ ਹੀ ਜ਼ੋਰ ਨਾ ਦਿੱਤਾ ਜਾਵੇ, ਕਿਉਂਕਿ ਲਿਖਾਰੀ ਜੋ ਸੁਨੇਹਾ ਲਾਣਾ ਚਾਹੁੰਦਾ ਪਾਠਕ ਤੱਕ ਫਿਰ ਉਹ ਨਹੀਂ ਲੱਗੇਗਾ। ਪਰ ਇਹ ਵੀ ਇਸ ਦੀ ਇੱਕ ਕਮੀ ਹੈ ਕਿ ਇਸ ਨੇ ਜਿਹੜੇ ਅੰਦਰੂਨੀ ਪੱਖ ਹੈ, ਅੰਤਰ ਅਨੁਸ਼ਾਸਨੀ ਅੰਦਰੂਨੀ ਪੱਖ ਤੇ ਹੈ ਜੋ ਜ਼ੋਰ ਹੈ। ਗੱਲਾਂ ਦੋਨਾਂ ਦੀ ਕੀਤੀ ਹੈ ਪਰ ਅੰਦਰੂਨੀ ਪੱਖ ਤੇ ਜ਼ੋਰ ਦਿੱਤਾ ਹੈ। ਲਿਖਾਰੀ ਵਗੈਰਾ, ਵਿਸ਼ਾ ਵਗੈਰਾ ਉਹਨੂੰ ਬਾਹਰ ਕੱਢਣਾ ਕਹਿੰਦਾ ਇਹ ਗਲਤ ਗੱਲ ਹੈ, ਭਈ ਨਾ ਕੱਢਿਆ ਜਾਵੇ। ਪੱਛਮੀ ਅਧਿਐਨ ਦ੍ਰਿਸ਼ਟੀਆਂ ਦੀ ਵਰਤੋਂ ਉਹ ਪੁਣ ਛਾਣ ਕੇ ਨਹੀਂ ਕਰਦਾ, ਉਹ ਸਮੀਖਿਆ ਵਿਧੀਆਂ ਦਾ ਪੰਜਾਬੀ ਸਾਹਿਤ ਸੱਭਿਆਚਾਰ ਅਨੁਸਾਰ ਰੂਪਾਂਤਰਣ ਨਹੀਂ ਕਰਦਾ। ਸਿਧਾਂਤਕ ਰੂਪ ਵਿੱਚ ਸਮਝਾਉਣ ਵੇਲੇ ਉਹ ਜਿਸ ਸੌਖੀ ਵਿਧੀ ਦੀ ਵਰਤੋਂ ਕਰਦਾ ਹੈ ਉਸ ਵਿਧੀ ਦੀ ਵਰਤੋਂ ਉਹ ਉਹਨਾਂ ਦੇ ਪ੍ਰਯੋਗ ਵੇਲੇ ਨਹੀਂ ਕਰਦਾ। ਸਿਧਾਂਤਕ ਵੇਲੇ ਤਾਂ ਉਹਨੇ ਸੌਖੇ ਤਰੀਕੇ ਨਾਲ ਸਮਝਾਤਾ, ਪਰੰਤੂ ਵਿਵਹਾਰਕ ਪੱਧਰ ਤੇ ਜਦੋਂ ਉਹ ਸਮਝਾਉਣ ਲੱਗਿਆ ਫਿਰ ਉਹ ਸਿਧਾਂਤ ਨੂੰ ਜਦੋਂ ਇੰਪਲੀਮੈਂਟ ਕਰਦੇ ਆ ਉਦੋਂ ਜ਼ੋਰ ਆਉਂਦਾ ਹੈ। ਔਰ ਆਹੀ ਕਮੀ ਹੈ ਜਿਹੜੀ ਉਹ ਜਿਹੜੇ ਸਿਧਾਂਤਕ ਉਹਨੇ ਬਿਆਨਬਾਜ਼ੀ ਕੀਤੀ, ਸਿਧਾਂਤ ਜਿਹੜੇ ਘੜੇ ਉਸ ਨੂੰ ਵਿਹਾਰਕ ਪੱਧਰ ਦੇ ਉੱਤੇ ਲਾਗੂ ਕਰਨ ਦੇ ਵਿੱਚ ਕਿਤੇ ਨਾ ਕਿਤੇ ਉਹ ਟਪਲਾ ਖਾ ਗਿਆ ਭਾਈ। ਔਰ ਇਹਦੇ ਸੰਕਲਪ ਨੇ ਜਿਹੜੇ ਉਹ ਪੰਡਿਤ ਪਾਠਕ ਤੱਕ ਹੀ ਸੀਮਤ ਰਹਿ ਗਏ ਭਾਈ। ਜਿਹੜਾ ਵਿਦਵਾਨ ਪਾਠਕ ਹੈ ਉਹ ਹੀ ਇਸ ਨੂੰ ਸਮਝ ਸਕਦਾ ਹੈ, ਬਾਕੀ ਜਿਹੜੇ ਪਾਠਕ ਨੇ ਉਹ ਸਿੱਧਾ ਕਹਿਣ ਕਿ ਅਸੀਂ ਕਿਤਾਬ ਸਮਝ ਲਈਏ, ਥੋੜਾ ਦਿੱਕਤ ਆਵੇਗੀ। ਉਸ ਦੀ ਸਮੀਖਿਆ ਉੱਤੇ, ਰਚਨਾ ਉੱਤੇ ਸਿਧਾਂਤਾਂ ਨੂੰ ਠੋਸਣ ਦਾ ਜ਼ੋਰ ਲੱਗਦਾ ਹੈ, ਆਰੋਪ ਲੱਗਦਾ ਸਿਧਾਂਤਾਂ ਨੂੰ ਠੋਸਤਾ ਬਈ, ਸਿਧਾਂਤ ਥੋਪਤਾ, ਸਿਧਾਂਤਾਂ ਨੂੰ ਥੋਪਣ ਦਾ ਜ਼ੋਰ। ਬਈ ਉਹਨੇ ਆਪਣੇ ਸਿਧਾਂਤ ਘੜੇ ਔਰ ਉਹਨਾਂ ਸਿਧਾਂਤਾਂ ਨੂੰ ਆਪਣੇ ਹਿਸਾਬ ਦੇ ਨਾਲ ਪੰਜਾਬੀਆਂ ਜਿਹੜੀਆਂ ਉਹਨੇ ਲਿਖਤਾਂ ਲਿੱਤੀਆਂ ਔਰ ਉਹਦੇ ਉੱਤੇ ਥੋਪਤਾ ਪਈ। ਇਹ ਆਰੋਪ ਉਸਦੇ ਉੱਤੇ ਲੱਗਦਾ ਹੈ। ਉਸ ਦੀ ਆਲੋਚਨਾ ਵਿੱਚ ਸਿਧਾਂਤ ਚਰਚਾ ਨੂੰ ਲੋੜੋਂ ਵੱਧ ਮਹੱਤਵ ਦਿੱਤਾ ਗਿਆ ਹੈ। ਸਿਧਾਂਤ ਚਰਚਾ ਨੂੰ ਲੋੜੋਂ ਵੱਧ ਮਹੱਤਵ, ਸਿਧਾਂਤਾਂ ਤੇ ਜ਼ੋਰ। ਔਰ ਸਾਰੇ ਸਿਧਾਂਤੋਂ ਨੇ, ਸਾਰੇ ਸਿਧਾਂਤ ਵਿਚਾਰਧਾਰਾਵਾਂ ਇਹਨਾਂ ਨੂੰ ਕੀ ਕਹਿੰਦੇ ਪੰਜਾਬੀ ਦੇ ਢਾਲਣ ਦੇ ਉੱਤੇ ਜ਼ੋਰ ਦਿੱਤਾ ਹੈ। ਔਰ ਜਦੋਂ ਉਹਨੂੰ ਵਿਹਾਰਕ ਪੱਧਰ ਦੇ ਉੱਤੇ ਢਾਲਦੇ ਆ ਤਾਂ ਬਈ ਹਰਭਜਨ ਸਿੰਘ ਨੂੰ ਜ਼ੋਰ ਆਉਂਦਾ ਹੈ। ਇਹ ਕੀ ਕਹਿੰਦੇ ਹੈ ਕਿ ਉਸ ਦੀ ਕਮਜ਼ੋਰੀ ਰਹੀ ਹੈ। ਇਸ ਨਾਲ ਆਲੋਚਕ ਸਿਧਾਂਤਕ ਟਿੱਪਣੀਆਂ ਦੇ ਖਿਲਾਰੇ ਵੱਲ ਰੁਚਿਤ ਹੋ ਜਾਂਦਾ ਹੈ, ਉਹ ਉਸਦਾ ਅਧਿਐਨ ਕਾਰਜ ਸੰਤੁਲਿਤ ਨਹੀਂ ਰਹਿੰਦਾ। ਇਸ ਤਰ੍ਹਾਂ ਜਾਪਦਾ ਹੈ ਜਿਵੇਂ ਪਾਠ ਵਿਚਲੇ ਵੈਰਵਿਆਂ ਦੇ ਆਧਾਰ ਉੱਤੇ ਉਹ ਆਲੋਚਨਾ ਸਿਧਾਂਤ, ਸੰਕਲਪਾਂ ਜਾਂ ਜੁਗਤਾਂ ਦੀ ਵਿਆਖਿਆ ਕਰ ਰਿਹਾ ਹੈ। ਬਸ ਉਹਨੂੰ ਪੂਰਨ ਤੌਰ ਤੇ ਹੰਢਾ ਕੇ ਵਰਤ ਕੇ ਪਚਾ ਕੇ ਦੂਜੇ ਬੰਦੇ ਪਾਠਕ ਹੈ ਜੋ ਉਸਨੂੰ ਪਚਾ ਜਾਵੇ, ਇਹ ਜਿਹਾ ਕੰਮ ਕਰਨ ਵਿੱਚ ਜ਼ਿਆਦਾ ਸਫਲ ਨਹੀਂ ਰਿਹਾ। ਅਗਲਾ ਜੀ, ਆਲੋਚਨਾ ਅਤੇ ਸਮੀਖਿਆ ਸੰਕਲਪਾਂ ਨੂੰ ਉਹ ਅੰਤਰ ਵਜੋਂ ਗ੍ਰਹਿਣ ਕਰਦਾ ਹੈ, ਪਰ ਇਹ ਦੋਵੇਂ ਹੀ ਸ਼ਬਦ ਅੰਗਰੇਜ਼ੀ ਦੇ ਕ੍ਰਿਟਿਸਿਜ਼ਮ ਦਾ ਅਨੁਵਾਦ ਹੈ। ਪਹਿਲੀਆਂ ਪੁਸਤਕਾਂ ਵਿੱਚ ਉਹ ਆਲੋਚਨਾ ਅਤੇ ਸਮੀਖਿਆ ਸ਼ਬਦਾਂ ਵਿੱਚ ਕੋਈ ਅੰਤਰ ਨਹੀਂ ਕਰਦਾ, ਪਰ ਪਿਛਲੀਆਂ ਪੁਸਤਕਾਂ 'ਚ ਉਹ ਆਲੋਚਨਾ ਨੂੰ ਇੱਕ ਸਧਾਰਨ ਸ਼ਬਦ ਅਤੇ ਸਮੀਖਿਆ ਨੂੰ ਇੱਕ ਸੰਕਲਪ ਵਜੋਂ ਸਥਾਪਿਤ ਕਰਦਾ ਹੈ। ਯਾਨੀ ਕਿ ਪਹਿਲੀਆਂ ਪੁਸਤਕਾਂ 'ਚ ਕੋਈ ਅੰਤਰ ਨਹੀਂ ਕੀਤਾ, ਬਾਅਦ 'ਚ ਕੀ ਕਹਿੰਦੇ ਆ ਕਿ ਉਹਨੇ ਸੰਕਲਪ ਵਜੋਂ ਸਮੀਖਿਆ ਨੂੰ ਸਥਾਪਿਤ ਕਰਤਾ ਔਰ ਆਲੋਚਨਾ ਨੂੰ ਇੱਕ ਸਧਾਰਨ ਸ਼ਬਦ ਕਹਿ ਦਿੱਤਾ ਭਾਈ। ਇਹ ਜਿਹੜੀਆਂ ਕਮੀਆਂ ਹੈ ਦੇਖਣ ਚਾਹੀਏ ਬਈ, ਅੰਤਰ ਅਨੁਸ਼ਾਸਨੀ ਰੂਪ ਤੇ ਜ਼ੋਰ, ਅੰਦਰੂਨੀ ਪੱਖ ਤੇ ਜ਼ੋਰ,
ਪੰਡਤ ਪਾਠਕ ਤੱਕ ਸੀਮਿਤ ਹੈ ਔਰ ਸਿਧਾਂਤ ਨੂੰ ਥੋਪਣ ਦਾ ਆਰੋਪ ਲੱਗਦਾ ਹੈ ਉਸ ਤੇ ਔਰ ਸਿਧਾਂਤਾਂ ਤੇ ਉਸਨੇ ਜ਼ੋਰ ਹੈ ਜੋ ਵੱਧ ਦਿੱਤਾ ਹੈ। ਉਸ ਨੂੰ ਸਨਮਾਨ ਵੀ ਮਿਲਿਆ ਬਈ। ਸਨਮਾਨਾਂ ਦੀ ਅਗਰ ਗੱਲ ਕੀਤੀ ਜਾਵੇ, ਸੋਵੀਅਤ ਲੈਂਡ ਨਹਿਰੂ ਅਵਾਰਡ ਉਸ ਨੂੰ ਮਿਲਿਆ। 1970 ਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਉਸ ਨੂੰ। ਨਾ ਧੁੱਪੇ ਨਾ ਛਾਵੇਂ, ਪੱਠ ਨਾ ਧੁੱਪੇ ਨਾ ਛਾਵੇਂ ਜਿਹੜੀ ਉਹਦੀ ਰਚਨਾ ਹੈ ਉਸ ਦੇ ਲਈ 1970 ਦੇ ਅੰਦਰ ਉਸ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਹੈ। ਤੇ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਦੇ ਦੂਜੇ ਪੱਖਾਂ ਦੇ ਬਾਰੇ ਇੱਕ ਕਵੀ ਦੇ ਰੂਪ ਵਿੱਚ ਚਰਚਾ ਹੈ ਜੋ ਆਪਾਂ ਉਹ ਕਾਫੀ ਵੱਡਾ ਲੈਸਨ ਹੈ, ਉਸ ਤੋਂ ਤੁਸੀਂ ਜਾਣੂ ਹੋਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਲੈਸਨ ਪੜ੍ਹ ਲਿਓ। ਉੱਥੇ ਇਹ ਸਾਰੇ ਸਨਮਾਨ ਹੈ ਜਿਹੜੇ ਦੇ ਰੱਖੇ ਹੈ। ਉਸ ਨੂੰ 1987 ਦੇ ਅੰਦਰ ਕਬੀਰ सम्मान ਮਿਲਿਆ, 1994 ਦੇ ਅੰਦਰ ਸਰਸਵਤੀ सम्मान ਮਿਲਿਆ ਔਰ ਸਾਹਿਤ ਅਕਾਦਮੀ ਫੈਲੋਸ਼ਿਪ ਉਹਨੂੰ ਮਿਲੀ ਹੈ ਬਈ, ਨਵੀਂ ਦਿੱਲੀ ਨੇ ਦਿੱਤੀ ਸੀ। ਧਾਲੀਵਾਲ सम्मान ਉਸ ਨੂੰ ਮਿਲਿਆ ਹੈ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਧਾਲੀਵਾਲ सम्मान ਮਿਲਿਆ। ਤਾਂ ਇਹਨਾਂ ਸਨਮਾਨਾਂ ਦੇ ਉੱਤੇ ਚਰਚਾ ਹੈ ਜਿਹੜੀ ਉਹ ਆਪਾਂ ਇਹਦੀ ਦੂਜੀ ਜਿਹੜੀ ਵੀਡੀਓ ਹੈ ਉਸ ਦੇ ਵਿੱਚ ਕੀਤੀ ਹੋਈ ਹੈ ਚੰਗੀ ਤਰ੍ਹਾਂ, ਉਸ ਤੋਂ ਤੁਸੀਂ ਵੇਖ ਸਕਦੇ ਹੋ ਭਾਈ। ਇੱਥੇ ਫਿਰ ਇੱਕ ਵਾਰ ਮੈਂ ਦੁਹਰਾਤਾ ਸੀਗਾ, ਸਿੱਟੇ ਦੇ ਰੂਪ ਚ ਅਗਰ ਕਿਹਾ ਜਾਵੇ ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਹਰਭਜਨ ਸਿੰਘ ਆਪਣੀ ਸਮੀਖਿਆ ਵਿੱਚ ਬਹਿਰੰਗ ਵਿਧੀਆਂ ਦਾ ਤਿਆਗ ਅਤੇ ਅੰਤਰੰਗ ਵਿਧੀਆਂ ਦੀ ਵਰਤੋਂ ਵੱਲ ਰੁਚਿਤ ਹੈ। ਉਸਦਾ ਇਹ ਸਮਝਣਾ ਕਿ ਸਮੀਖਿਆ ਦੌਰਾਨ ਸਾਹਿਤ ਬਾਹਰੀ ਅਨੁਸ਼ਾਸਨਾਂ ਦੀ ਸਹਾਇਤਾ ਲੈਣ ਨਾਲ ਸਾਹਿਤ ਦੇ ਖੁਦ ਮੁਖਤਿਆਰੀ ਚਰਿੱਤਰ ਦੀ ਅਵੇਲਨਾ ਹੁੰਦੀ ਹੈ। ਪਰ ਇਹ ਵੀ ਠੀਕ ਹੈ, ਸਾਹਿਤਕ ਕਿਰਤ ਨੂੰ ਉਸਦੇ ਸਮਾਜਿਕ ਸਰੋਕਾਰ ਤੋਂ ਵੀ ਨਿਖੇੜਿਆ ਨਹੀਂ ਜਾ ਸਕਦਾ ਕਿਉਂਕਿ ਅਜਿਹਾ ਕਰਨਾ ਪ੍ਰਯੋਜਨ ਰਹਿਤ ਸਾਹਿਤਕਤਾ ਨੂੰ ਸਵੀਕਾਰ ਕਰਦਾ ਹੈ। ਉਸ ਦਾ ਜਿਹੜਾ ਪੂਰਾ ਕੰਮ ਰਿਹਾ ਉਹ ਰੂਪਵਾਦ ਉੱਤੇ ਆਧਾਰਿਤ ਰਿਹਾ ਔਰ ਉਸ ਨੇ ਰੂਸੀ ਰੂਪਵਾਦ, ਫਰਾਂਸੀਸੀ ਸੰਰਚਨਾਵਾਦ, ਭਾਸ਼ਾ ਵਿਗਿਆਨ ਮਾਡਲ, ਨਵੀਨ ਅਮਰੀਕਨ ਆਲੋਚਨਾ ਹੈ ਜਿਹੜਾ ਉਸ ਨੂੰ ਪੰਜਾਬੀ ਆਲੋਚਨਾ ਦੇ ਅੰਦਰ ਉਹ ਲੈ ਕੇ ਆਇਆ ਔਰ ਪੰਜਾਬੀ ਦੇ ਵਿੱਚ ਢਾਲ ਕੇ ਪੇਸ਼ ਕੀਤਾ। ਇਹ ਸੀਗਾ ਹਰਭਜਨ ਸਿੰਘ। ਸਾਰਿਆਂ ਦਾ ਹੀ ਧੰਨਵਾਦ।